अभी तकरीर बेअनवान पेशवाए मज़ाहिब का इज़्ज़त व एहतराम अमन आलम के ज़मानत है। ज़बान पंजाबी। मौलाना मुहतरम मौलाना तनवीर अहमद साहिब खादिम नाइब नाज़िर दावत इलल्लाह शमाल हिंद कादियान, फलियतफ़द्दल। अशहदु अल्ला इलाहा इल्लल्लाह वहदहु ला शरीक लहू व अशहदु अन्ना मुहम्मदन अब्दुहु व रसूलुहु। अम्मा बाद फ़अऊज़ु बिल्लाहि मिनश शैतानिर रजीम। बिस्मिल्लाहिर रहमानिर रहीम। कुल आमन्ना बिल्लाहि वमा उन्ज़िला अलैना वमा उन्ज़िला अला इब्राहीम वमा उन्ज़िला अला इब्राहीम व इस्माईल व इसहाक़ व याक़ूब वल अस्बात वमा ऊतिय मूसा व ईसा वन्नबिय्यून मिर रब्बिहिम ला नुफ़र्रिक़ु बैन अहदिम मिनहुम व नहनु लहू मुस्लिमून। बिसर गई सब तात पराई जब ते साध संगत मोह पाई। ना को बैरी नहीं बेगाना सगल संग हम को बनाई। जो प्रभ कीनो सो पल मान्यो ए सुमत साधु ते पाई। सब में रव रया प्रभ एक पेख पेख नानक बिगसाई। सब में रव रया प्रभ एक पेख पेख नानक बिगसाई। ओम गुरुर्ब्रह्मा गुरुर्विष्णु गुरुर्देवो महेश्वरा गुरुर साक्षात् परब्रह्म तस्मै श्री गुरुवे नमः। सर्वे भवन्तु सुखिनः सर्वे सन्तु निरामयाः सर्वे भद्राणि पश्यन्तु मा कश्चित् दुःख भाग् भवेत्। बहुत ही सत्कार योग प्रधान सभा ਅਤੇ ਮੇਰੇ ਮਾਨਯੋਗ ਸੱਜਣੋ, ਅੱਜ ਦੇ ਇਸ ਮੁਬਾਰਕ ਮੌਕੇ ਤੇ ਮੈਨੂੰ ਧਾਰਮਿਕ ਆਗੂਆਂ ਦਾ ਸਤਕਾਰ ਅਮਨ ਦੀ ਜ਼ਮਾਨਤ ਹੈ ਦੇ ਸਿਰਲੇਖ ਹੇਠ ਕੁਝ ਬਿਆਨ ਕਰਨ ਦਾ ਹੁਕਮ ਹੋਇਆ ਹੈ। ਮੇਰੇ ਸੱਜਣੋ, ਸੰਸਾਰ ਇਸ ਵੇਲੇ ਇਲਾਕਾਈ ਤੇ ਵਿਸ਼ਵਵਿਆਪੀ ਲਿਹਾਜ਼ ਨਾਲ ਆਰਥਿਕ अर्थात इकतिसादी ते समाजी बदमनी का शिकार है। हर पासे मफाद परस्ती ते धार्मिक धर्मां ते जबानां दे तासुब दा दौर दौरा है
ਅਤੇ ਇਹ ਚੀਜ਼ ਨਾ ਕੇਵਲ ਦਿਨ ਬ ਦਿਨ ਵੱਧ ਰਹੀ ਹੈ, ਸਗੋਂ ਦੁਨੀਆ ਨੂੰ ਹਲਾਕਤਾਂ ਦੇ ਅਜਿਹੇ ਟੋਏ ਵੱਲ ਤੱਕ ਰਹੀ ਹੈ ਜਿਸ ਦੇ ਨਤੀਜੇ ਵਿੱਚ ਸੰਸਾਰ ਦਾ ਅਮਨ ਚੈਨ ਖਤਮ ਹੁੰਦਾ ਜਾ ਰਿਹਾ ਹੈ ਅਤੇ ਸੰਸਾਰ ਇਸ ਵੇਲੇ ਤੀਜੀ ਵੱਡੀ ਜੰਗ ਦੇ ਕਿਨਾਰੇ ਤੇ ਖਲੋਤਾ ਹੈ। ਇਸ ਦੇ ਜਿੱਥੇ ਹੋਰ ਬਹੁਤ ਸਾਰੇ ਕਾਰਨ ਹਨ, ਉੱਥੇ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅੱਜ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਜ਼ਿੰਮੇਵਾਰ ਲੋਕਾਂ ਨੇ ਧਰਮ ਨੂੰ ਸੰਸਾਰਿਕ ਅਤੇ ਸਿਆਸੀ ਲਾਭ ਹਾਸਲ ਕਰਨ ਦਾ ਜ਼ਰੀਆ ਬਣਾ ਲਿਆ ਹੈ ਅਤੇ ਇਹਨਾਂ ਫਾਇਦਿਆਂ ਨੂੰ ਹਾਸਲ ਕਰਨ ਲਈ ਇੱਕ ਦੂਜੇ ਦੇ ਧਰਮ ਅਤੇ ਧਾਰਮਿਕ ਆਗੂਆਂ ਨੂੰ ਇਤਰਾਜ਼ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਨਾ ਕੇਵਲ ਮੁਕੱਦਸ ਧਾਰਮਿਕ ਆਗੂਆਂ ਨੂੰ, ਸਗੋਂ ਦੂਜੇ ਧਰਮਾਂ ਦੇ ਪਵਿੱਤਰ ਆਸਮਾਨੀ ਗ੍ਰੰਥਾਂ ਤੇ ਵੀ ਟੀਕਾ ਟਿੱਪਣੀ ਕਰਨ ਤੋਂ ਸੰਕੋਚ ਨਹੀਂ ਕੀਤਾ ਜਾਂਦਾ, ਜਿਸ ਨਾਲ ਉਸ ਧਰਮ ਦੇ ਮੰਨਣ ਵਾਲਿਆਂ ਵਿੱਚ ਬੇਚੈਨੀ ਅਤੇ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਕੇ ਫਿਤਨਾ ਫਸਾਦ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਕੁਝ ਸਮੇਂ ਪਹਿਲਾਂ ਇਸਲਾਮ ਦੇ ਮੁਕੱਦਸ ਬਾਨੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਡੈਨਮਾਰਕ ਵਿੱਚ ਬਾਅਦ ਸ਼ਰਾਰਤੀ ਅਨਸਰਾਂ ਵੱਲੋਂ ਕਾਰਟੂਨ ਬਣਾਏ ਅਤੇ ਇਸ ਤੋਂ ਵੀ ਵੱਧ ਦੁੱਖ ਦੀ ਗੱਲ ਇਹ ਹੈ ਕਿ ਉੱਥੇ ਦੇ ਸਿਆਸਤਦਾਨਾਂ ਨੇ ਅਤੇ ਧਾਰਮਿਕ ਲੀਡਰਾਂ ਵੱਲੋਂ ਇਸ ਦੀ ਅਜਿਹੀ ਨਖੇਦੀ ਨਹੀਂ ਕੀਤੀ ਗਈ ਜਿਸ ਪ੍ਰਕਾਰ ਕੇ ਕਰਨੀ ਚਾਹੀਦੀ ਸੀ। ਇਸੇ ਪ੍ਰਕਾਰ ਕਦੇ ਕਿਸੇ ਮੁਤਾਸਬੀ ਕੱਟੜਵਾਦੀ ਤੇ ਜਾਹਿਲ ਵੱਲੋਂ ਤੇ ਕਦੇ ਕਿਸੇ ਵੱਲੋਂ ਵੇਲੇ ਕਵੇਲੇ ਬਾਕੀ ਧਰਮਾਂ ਦੇ ਧਾਰਮਿਕ ਬਜ਼ੁਰਗਾਂ ਹਜ਼ਰਤ ਈਸਾ ਜੀ ਮਹਾਰਾਜ, ਸ਼੍ਰੀ ਕ੍ਰਿਸ਼ਨ ਜੀ ਮਹਾਰਾਜ, ਸ਼੍ਰੀ ਰਾਮਚੰਦਰ ਜੀ ਮਹਾਰਾਜ, ਮੁਕੱਦਸ ਗੁਰੂ ਸਾਹਿਬਾਨ ਅਤੇ ਦੇਵੀ ਦੇਵਤਿਆਂ ਤੇ ਦਾ ਅਪਮਾਨ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਾਂਦਾ, ਜਿਸ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਤਣਾਅ ਦੀ ਸੂਰਤ ਪੈਦਾ ਹੁੰਦੀ ਰਹਿੰਦੀ ਹੈ। ਮੇਰੇ ਬਜ਼ੁਰਗੋ, ਸੰਸਾਰ ਵਿੱਚ ਵੱਧ ਰਹੀ ਬਦਅਮਨੀ, ਬੇਚੈਨੀ ਅਤੇ ਫਸਾਦਾਂ ਨੂੰ ਦੂਰ ਕਰਨ ਦਾ ਇਹ ਇੱਕ ਵੱਡਾ ਜ਼ਰੀਆ ਹੈ ਕਿ ਅਸੀਂ ਇੱਕ ਦੂਜੇ ਦੇ ਧਾਰਮਿਕ ਆਗੂਆਂ ਤੇ ਲੋਕਾਂ ਦਾ ਸਤਿਕਾਰ ਕਰੀਏ ਅਤੇ ਹਰ ਧਰਮ ਵਿੱਚ ਇਸ ਦੀ ਸਿੱਖਿਆ ਵੀ ਮੌਜੂਦ ਹੈ। ਮੈਂ ਆਪਣੀ ਤਕਰੀਰ ਦੇ ਸ਼ੁਰੂ ਵਿੱਚ ਕੁਰਾਨ ਮਜੀਦ, ਗੁਰੂ ਗ੍ਰੰਥ ਸਾਹਿਬ ਅਤੇ ਹਿੰਦੂ ਧਰਮ ਦੇ ਜਿਹੜੇ ਮੁਕੱਦਸ ਸ਼ਬਦ ਪੜ੍ਹੇ ਹਨ, ਉਸ ਵਿੱਚ ਸਾਂਝੀ ਵਾਲਤਾ ਦਾ ਕਿੰਨਾ ਹੀ ਅਜ਼ੀਮੁਸ਼ਾਨ ਪੈਗਾਮ ਦਿੱਤਾ ਗਿਆ ਹੈ ਕਿ ਐ ਲੋਕੋ, ਸਭ ਦਾ ਸਤਿਕਾਰ ਕਰੋ, ਸਭ ਨੂੰ ਸੁਖ ਪਹੁੰਚਾਓ, ਕੋਈ ਵੈਰੀ ਤੇ ਬੇਗਾਨਾ ਨਹੀਂ, ਸਭ ਨੂੰ ਆਪਣਾ ਕਰਕੇ ਜਾਣੋ। ਅਤੇ ਕੁਰਾਨ ਮਜੀਦ ਵਿੱਚ ਤਾਂ ਇੱਥੋਂ ਤੱਕ ਫਰਮਾਇਆ ਗਿਆ ਹੈ ਕਿ ਐ ਲੋਕੋ, ਤੁਸੀਂ ਇਹ ਕਹੋ ਕਿ ਅਸੀਂ ਅੱਲਾਹ ਉੱਤੇ ਅਤੇ ਉਸ ਵੱਲੋਂ ਭੇਜੇ ਗਏ ਸਾਰੇ ਪੈਗੰਬਰਾਂ ਅਤੇ ਰਿਸ਼ੀਆਂ ਮੁਨੀਆਂ ਅਵਤਾਰਾਂ ਉੱਤੇ ਅਤੇ ਉਹਨਾਂ ਦੀ ਪਵਿੱਤਰ ਧਰਮ ਗ੍ਰੰਥਾਂ ਉੱਤੇ ਮੰਨ ਲਿਆਉਂਦੇ ਹਾਂ ਅਤੇ ਅਸੀਂ ਉਹਨਾਂ ਵਿੱਚ ਅੰਤਰ ਨਹੀਂ ਕਰਦੇ ਕਿ ਕਿਸੇ ਇੱਕ ਨੂੰ ਮੰਨ ਲਿਆ ਤੇ ਦੂਸਰੇ ਦਾ ਇਨਕਾਰ ਕਰ ਦਿੱਤਾ। ਬਾਨੀ ਅਹਿਮਦੀਆ ਮੁਸਲਿਮ ਜਮਾਤ ਫਰਮਾਉਂਦੇ ਹਨ, ਇਸਲਾਮ ਉਹ ਪਵਿੱਤਰ ਤੇ ਸੁਲ੍ਹਾ ਦਾ ਧਰਮ ਹੈ ਜਿਸ ਨੇ ਕਿਸੇ ਕੌਮ ਦੇ ਪੇਸ਼ਵਾ ਤੇ ਹਮਲਾ ਨਹੀਂ ਕੀਤਾ ਅਤੇ ਕੁਰਾਨ ਮਜੀਦ ਉਹ ਸਤਿਕਾਰਯੋਗ ਕਿਤਾਬ ਹੈ ਜਿਸ ਨੇ ਕੌਮਾਂ ਵਿੱਚ ਸੁਲ੍ਹਾ ਦੀ ਬੁਨਿਆਦ ਪਾਈ ਅਤੇ ਹਰ ਇੱਕ ਨਬੀ ਨੂੰ ਮੰਨ ਲਿਆ। ਪੈਗਾਮ ਸੁਲ੍ਹਾ ਪੰਨਾ 3। ਮੇਰੇ ਬਜ਼ੁਰਗੋ, ਕੋਈ ਮੁਸਲਮਾਨ ਉਸ ਵੇਲੇ ਤੱਕ ਸੱਚਾ ਮੁਸਲਮਾਨ ਨਹੀਂ ਅਖਵਾ ਸਕਦਾ ਜਦ ਤੱਕ ਕਿ ਉਹ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਅਤੇ ਕੁਰਾਨ ਮਜੀਦ ਦੇ ਨਾਲ ਨਾਲ ਸਾਰੇ ਸੰਸਾਰ ਵਿੱਚ ਆਉਣ ਵਾਲੇ ਸਾਰੇ ਰਿਸ਼ੀਆਂ ਮੁਨੀਆਂ ਅਵਤਾਰਾਂ ਅਤੇ ਉਹਨਾਂ ਵੱਲ ਭੇਜੀਆਂ ਗਈਆਂ ਧਰਮ ਪੁਸਤਕਾਂ ਤੇ ਈਮਾਨ ਨਹੀਂ ਲਿਆਉਂਦਾ ਅਤੇ ਉਹਨਾਂ ਦਾ ਸਤਿਕਾਰ ਨਹੀਂ ਕਰਦਾ, ਭਾਵੇਂ ਉਹ ਰਿਸ਼ੀ ਮੁਨੀ ਅਵਤਾਰ ਕਿਸੇ ਕੌਮ, ਮੁਲਕ ਜਾਂ ਇਲਾਕੇ ਵਿੱਚ ਪ੍ਰਗਟ ਹੋਏ ਹੋਣ। ਕੁਰਾਨ ਮਜੀਦ ਅਤੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਬਿਆਨ ਕੀਤੇ ਗਏ ਇਹਨਾਂ ਅਸੂਲਾਂ ਦੀ ਰੋਸ਼ਨੀ ਵਿੱਚ ਹੀ ਇਸ ਜ਼ਮਾਨੇ ਦੇ ਅਮਨ ਦੇ ਦੂਤ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਬਾਨੀ ਜਮਾਤ ਅਹਿਮਦੀਆ ਫਰਮਾਉਂਦੇ ਹਨ ਕਿ ਰੱਬ ਨੇ ਕੁਰਾਨ ਮਜੀਦ ਵਿੱਚ ਫਰਮਾਇਆ ਹੈ ਕਿ ਹਰ ਇੱਕ ਦੇਸ਼ ਵਿੱਚ ਉਸ ਦੇ ਪੈਗੰਬਰ ਆਉਂਦੇ ਰਹੇ ਹਨ। ਅਜਿਹਾ ਹੀ ਭਾਰਤ ਵਿੱਚ ਖੁਦਾ ਦੇ ਪਵਿੱਤਰ ਪੈਗੰਬਰ ਅਤੇ ਉਸ ਨਾਲ ਕਲਾਮ ਕਰਨ ਵਾਲੇ ਗੁਜ਼ਰੇ ਹਨ ਅਤੇ ਅਜਿਹਾ ਹੀ ਚਾਹੀਦਾ ਸੀ ਕਿਉਂਕਿ ਖੁਦਾ ਸਾਰਿਆਂ ਦੇਸ਼ਾਂ ਦਾ ਹੈ, ਨਾ ਕੇਵਲ ਇੱਕ ਦੇਸ਼ ਦਾ। ਮਲਫੂਜ਼ਾਤ ਜਲਸਤ ਪੰਨਾ 211। ਫਿਰ ਆਪ ਜੀ ਨੇ ਆਪਣੀ ਕਿਤਾਬ ਤੋਹਫਾ ਕੈਸਰੀਆ ਦੇ ਪੰਨਾ 7 ਤੇ ਫਰਮਾਇਆ, ਇਹ ਅਸੂਲ ਬਹੁਤ ਪਿਆਰਾ, ਅਮਨ ਬਖਸ਼ ਤੇ ਸੁਲਹਕਾਰੀ ਦੀ ਬੁਨਿਆਦ ਪਾਉਣ ਵਾਲਾ ਹੈ ਕਿ ਅਸੀਂ ਉਹਨਾਂ ਸਾਰਿਆਂ ਨਬੀਆਂ ਨੂੰ ਸੱਚਾ ਮੰਨ ਲਈਏ ਜਿਹੜੇ ਸੰਸਾਰ ਵਿੱਚ ਆਏ, ਭਾਵੇਂ ਉਹ ਹਿੰਦ ਵਿੱਚ ਪ੍ਰਗਟ ਹੋਏ ਹੋਣ ਜਾਂ ਫਾਰਸ ਵਿੱਚ ਜਾਂ ਚੀਨ ਵਿੱਚ ਜਾਂ ਕਿਸੇ ਹੋਰ ਮੁਲਕ ਵਿੱਚ, ਅਤੇ ਰੱਬ ਨੇ ਕਰੋੜਾਂ ਲੋਕਾਂ ਵਿੱਚ ਉਹਨਾਂ ਦੀ ਇੱਜ਼ਤ ਤੇ ਅਜ਼ਮਤ ਬਿਠਾ ਦਿੱਤੀ
ਤੇ ਉਹਨਾਂ ਦੇ ਧਰਮ ਦੀ ਜੜ ਕਾਇਮ ਕਰ ਦਿੱਤੀ ਅਤੇ ਕਈ ਸਦੀਆਂ ਤੱਕ ਉਹ ਧਰਮ ਚੱਲਿਆ ਆਇਆ। ਇਹ ਅਸੂਲ ਹੈ ਜਿਹੜਾ ਕੁਰਾਨ ਨੇ ਸਾਨੂੰ ਸਿਖਾਇਆ ਹੈ ਅਤੇ ਇਸੇ ਅਸੂਲ ਅਨੁਸਾਰ ਅਸੀਂ ਹਰ ਇੱਕ ਧਰਮ ਦੇ ਪੇਸ਼ਵਾ ਨੂੰ, ਜਿਨ੍ਹਾਂ ਦੀ ਪਵਿੱਤਰ ਜੀਵ ਨੇ ਇਸ ਤਾਰੀਫ ਹੇਠ ਆ ਗਈ ਹੈ, ਸਤਿਕਾਰ ਦੀ ਨਜ਼ਰ ਨਾਲ ਵੇਖਦੇ ਹਾਂ। ਭਾਵੇਂ ਉਹ ਹਿੰਦੂਆਂ ਦੇ ਧਰਮ ਦੇ ਪੇਸ਼ਵਾ ਹੋਣ ਜਾਂ ਫਾਰਸੀਆਂ ਦੇ ਧਰਮ ਦੇ ਜਾਂ ਚੀਨੀਆਂ ਦੇ ਧਰਮ ਦੇ ਜਾਂ ਯਹੂਦੀਆਂ ਦੇ ਧਰਮ ਦੇ ਜਾਂ ਈਸਾਈਆਂ ਦੇ ਧਰਮ ਦੇ। ਸੋ ਕੁਰਾਨ ਮਜੀਦ ਬਾਨੀ ਇਸਲਾਮ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਅਤੇ ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਦੇ ਇਹਨਾਂ ਫਰਮਾਨਾਂ ਅਨੁਸਾਰ ਹੀ ਇੱਕ ਅਹਿਮਦੀ ਡੰਕੇ ਦੀ ਚੋਟ ਇਸ ਗੱਲ ਦਾ ਐਲਾਨ ਕਰਦਾ ਹੈ ਕਿ ਸ਼੍ਰੀ ਕ੍ਰਿਸ਼ਨ ਸਾਡਾ ਹੈ ਤੇ ਹੈ ਰਾਮ ਸਾਡਾ, ਮੁਸਲਿਮ ਮਸੀਹਾਂ ਤੇ ਮੁਹੰਮਦ ਮੁਸਤਫਾ ਸਾਡਾ, ਈਸਾ ਤੋਂ ਸਦਕੇ ਤੇ ਨਾਨਕ ਤੋਂ ਵਾਰੀ, ਇਹੋ ਅਹਿਮਦੀਅਤ ਦਾ ਪੈਗਾਮ ਸਾਡਾ। ਮੇਰੇ ਸੱਜਣੋ, ਕੁਰਾਨ ਮਜੀਦ ਦੀ ਸਿੱਖਿਆ ਅਨੁਸਾਰ ਗੁਰਬਾਣੀ ਵਿੱਚ ਵੀ ਕਿੰਨਾ ਹੀ ਸੋਹਣਾ ਉਪਦੇਸ਼ ਹੈ ਕਿ ਕਬੀਰ ਪੁੰਗਰਾ ਰਾਮ ਅੱਲਾਹ ਕਾ, ਸਭ ਗੁਰ ਪੀਰ ਹਮਾਰੇ, ਸਭ ਗੁਰ ਪੀਰ ਹਮਾਰੇ। ਮੇਰੇ ਮਾਨਯੋਗ ਸੱਜਣੋ, ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਨੇ ਆਪਣੀ ਜ਼ਿੰਦਗੀ ਵਿੱਚ ਲਗਭਗ 80 ਕਿਤਾਬਾਂ ਲਿਖੀਆਂ। ਇਹਨਾਂ ਵਿੱਚ ਆਪ ਜੀ ਨੇ ਹਰ ਧਰਮ ਦੇ ਪੇਸ਼ਵਾ ਤੇ ਧਾਰਮਿਕ ਗ੍ਰੰਥਾਂ ਦਾ ਬੜੇ ਮਾਣ ਤੇ ਸਤਿਕਾਰ ਨਾਲ ਵਰਣਨ ਕੀਤਾ ਹੈ ਅਤੇ ਮੁਸਲਮਾਨਾਂ ਨੂੰ ਤੇ ਖਾਸ ਕਰਕੇ ਆਪਣੀ ਜਮਾਤ ਨੂੰ ਇਹ ਨਸੀਹਤ ਕੀਤੀ ਕਿ ਧਾਰਮਿਕ ਆਗੂਆਂ ਤੇ ਗ੍ਰੰਥਾਂ ਦਾ ਸਤਿਕਾਰ ਕਰਨ ਵਾਲਾ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ। ਮੈਂ ਆਪ ਜੀ ਦੇ ਸਾਹਮਣੇ ਬਾਨੀ ਜਮਾਤ ਅਹਿਮਦੀਆ ਦੀ ਪੁਸਤਕਾਂ ਤੋਂ ਕੁਝ ਨਮੂਨੇ ਪੇਸ਼ ਕਰਦਾ ਹਾਂ, ਜਿਸ ਤੋਂ ਆਪ ਜੀ ਨੂੰ ਅੰਦਾਜ਼ਾ ਹੋਵੇਗਾ ਕਿ ਬਾਨੀ ਅਹਿਮਦੀਆ ਮੁਸਲਿਮ ਜਮਾਤ ਦੇ ਦਿਲ ਵਿੱਚ ਦੂਜੇ ਧਰਮਾਂ ਦੇ ਧਾਰਮਿਕ ਆਗੂਆਂ ਅਤੇ ਪਵਿੱਤਰ ਗ੍ਰੰਥਾਂ ਦਾ ਕਿੰਨਾ ਸਤਿਕਾਰ ਸੀ। ਸੋ ਆਪ ਜੀ ਮੁਕੱਦਸ ਵੇਦਾਂ ਅਤੇ ਉਹਨਾਂ ਦੇ ਰਿਸ਼ੀਆਂ ਬਾਰੇ ਫਰਮਾਉਂਦੇ ਹਨ ਕਿ ਅਸੀਂ ਵੇਦਾਂ ਨੂੰ ਵੀ ਰੱਬ ਵੱਲੋਂ ਮੰਨਦੇ ਹਾਂ ਅਤੇ ਉਸ ਦੇ ਰਿਸ਼ੀਆਂ ਨੂੰ ਬਜ਼ੁਰਗ ਅਤੇ ਪਵਿੱਤਰ ਸਮਝਦੇ ਹਾਂ। ਰੱਬ ਦੀ ਸਿੱਖਿਆ ਅਨੁਸਾਰ ਸਾਡਾ ਪੱਕਾ ਯਕੀਨ ਹੈ ਕਿ ਵੇਦ ਇਨਸਾਨ ਦਾ ਝੂਠ ਨਹੀਂ ਹੋ ਸਕਦੇ। ਇਨਸਾਨ ਦੇ ਝੂਠ ਵਿੱਚ ਤਾਕਤ ਨਹੀਂ ਕਿ ਕਰੋੜਾਂ ਲੋਕਾਂ ਨੂੰ ਆਪਣੇ ਵੱਲ ਖਿੱਚ ਲਵੇ। ਪੈਗਾਮ ਸੁਲ੍ਹਾ ਪੰਨਾ 7। ਮੇਰੇ ਮਾਨਯੋਗ ਸੱਜਣੋ, ਸਾਡੇ ਪਿਆਰੇ ਦੇਸ਼ ਭਾਰਤ ਵਿੱਚ ਇੱਕ ਬਹੁਤ ਹੀ ਮਹਾਨ ਅਵਤਾਰ ਗੁਜ਼ਰੇ ਹਨ, ਜਿਨ੍ਹਾਂ ਦੇ ਨਾਂ ਤੋਂ ਸੰਸਾਰ ਦਾ ਬੱਚਾ ਜਾਣੂ ਹੈ। ਮੇਰੀ ਮੁਰਾਦ ਹਜ਼ਰਤ ਕ੍ਰਿਸ਼ਨ ਜੀ ਮਹਾਰਾਜ ਤੋਂ ਹੈ। ਬਾਨੀ ਇਸਲਾਮ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਭਾਰਤ ਵਿੱਚ ਆਉਣ ਵਾਲੇ ਇਸ ਮਹਾਨ ਸੁਧਾਰਕ ਦਾ ਵਰਣਨ ਬੜੇ ਸਤਿਕਾਰ ਨਾਲ ਕੀਤਾ ਹੈ ਅਤੇ ਆਪ ਜੀ ਦੀ ਸੱਚਾਈ ਤੇ ਚਾਰ ਚੰਨ ਲਾ ਦਿੱਤੇ। ਸੋ ਹੁਜ਼ੂਰ ਫਰਮਾਉਂਦੇ ਹਨ ਕਿ ਕਾਨਾ ਫਿਲ ਹਿੰਦ ਨਬੀਨ ਅਸਵਦੁੱਲਾਹ ਇਸਮਹੁ ਕਾਇਨਾ, ਅਰਥਾਤ ਹਿੰਦੁਸਤਾਨ ਵਿੱਚ ਇੱਕ ਅਜ਼ੀਮ ਨਬੀ ਗੁਜ਼ਰਿਆ ਹੈ ਜਿਸ ਦਾ ਰੰਗ ਸਾਂਵਲਾ ਅਤੇ ਨਾਂ ਕਨ੍ਹਈਆ ਸੀ। ਇਸ ਪ੍ਰਕਾਰ ਹੁਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਕ੍ਰਿਸ਼ਨ ਜੀ ਦਾ ਜ਼ਿਕਰ ਫਰਮਾ ਕੇ ਮੁਸਲਮਾਨਾਂ ਦੇ ਦਿਲਾਂ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਮਹਾਰਾਜ ਦਾ ਸਤਿਕਾਰ ਤੇ ਮੁਹੱਬਤ ਪੈਦਾ ਕਰ ਦਿੱਤੀ। ਬਾਨੀ ਜਮਾਤ ਅਹਿਮਦੀਆ ਸ਼੍ਰੀ ਕ੍ਰਿਸ਼ਨ ਜੀ ਅਤੇ ਸ਼੍ਰੀ ਰਾਮ ਚੰਦਰ ਜੀ ਬਾਰੇ ਫਰਮਾਉਂਦੇ ਹਨ, ਇਹ ਤਾਂ ਸੱਚ ਹੈ ਕਿ ਰਾਜਾ ਰਾਮ ਚੰਦਰ ਜੀ ਅਤੇ ਰਾਜਾ ਕ੍ਰਿਸ਼ਨ ਜੀ ਅਸਲ ਵਿੱਚ ਰੱਬ ਨਹੀਂ ਸਨ, ਪਰ ਇਸ ਵਿੱਚ ਸ਼ੱਕ ਨਹੀਂ ਕਿ ਦੋਵੇਂ ਬਜ਼ੁਰਗ ਅਤੇ ਰੱਬ ਤੱਕ ਪਹੁੰਚੇ ਹੋਏ ਤੇ ਅਵਤਾਰ ਸਨ। ਖੁਦਾ ਦਾ ਨੂਰ ਤੇ ਚਮਤਕਾਰ ਇਹਨਾਂ ਤੇ ਉਤਰਦੇ ਸਨ। ਸਨਾਤਨ ਧਰਮ ਪੰਨਾ 10 ਹਾਸ਼ੀਆ। ਹਜ਼ਰਤ ਈਸਾ ਜੀ ਬਾਰੇ ਆਪ ਫਰਮਾਉਂਦੇ ਹਨ, ਅਸਲੀਅਤ ਵਿੱਚ ਯਿਸੂ ਮਸੀਹ ਰੱਬ ਦੇ ਨੇਕ ਤੇ ਪਿਆਰੇ ਬੰਦਿਆਂ ਵਿੱਚੋਂ ਸਨ ਅਤੇ ਉਹਨਾਂ ਵਿੱਚੋਂ ਸਨ ਜਿਨ੍ਹਾਂ ਨੂੰ ਰੱਬ ਦੇ ਨੇਕ ਬੰਦੇ ਕਿਹਾ ਜਾਂਦਾ ਹੈ ਅਤੇ ਰੱਬ ਉਹਨਾਂ ਨੂੰ ਆਪਣੇ ਹੱਥ ਨਾਲ ਸਾਫ਼ ਕਰਦਾ ਅਤੇ ਆਪਣੇ ਨੂਰ ਦੀ ਛਾਂ ਥੱਲੇ ਰੱਖਦਾ ਹੈ। ਤੋਹਫਾ ਕੈਸਰੀਆ ਪੰਨਾ 23। ਹਜ਼ਰਤ ਬਾਬਾ ਨਾਨਕ ਜੀ ਬਾਰੇ ਫਰਮਾਇਆ, ਮੈਂ ਸਿੱਖ ਸੱਜਣਾਂ ਨਾਲ ਇਸ ਗੱਲ ਵਿੱਚ ਸਹਿਮਤ ਹਾਂ ਕਿ ਬਾਬਾ ਨਾਨਕ ਜੀ ਹਕੀਕਤ ਵਿੱਚ ਰੱਬ ਦੇ ਪਿਆਰਿਆਂ ਵਿੱਚੋਂ ਸਨ ਅਤੇ ਉਹਨਾਂ ਵਿੱਚੋਂ ਸਨ ਜਿਨ੍ਹਾਂ ਉੱਤੇ ਅੱਲਾਹ ਤਾਲਾ ਦੀਆਂ ਬਰਕਤਾਂ ਉਤਰਦੀਆਂ ਹਨ। ਅਤੇ ਮੈਂ ਉਹਨਾਂ ਲੋਕਾਂ ਨੂੰ, ਹੁਜ਼ੂਰ ਫਰਮਾਉਂਦੇ ਹਨ, ਅਤੇ ਮੈਂ ਉਹਨਾਂ ਲੋਕਾਂ ਨੂੰ ਸ਼ਰਾਰਤੀ ਤੇ ਕਮੀਨੇ ਸੁਭਾਅ ਦਾ ਸਮਝਦਾ ਹਾਂ ਕਿ ਜਿਹੜੇ ਅਜਿਹੇ ਲੋਕਾਂ ਨੂੰ ਅਜਿਹੇ ਬਜ਼ੁਰਗ ਲੋਕਾਂ ਨੂੰ ਅਪਮਾਨਜਨਕ ਸ਼ਬਦਾਂ ਨਾਲ ਯਾਦ ਕਰਦੇ ਹਨ। ਸਤ ਬਚਨ ਰੂਹਾਨੀ ਖਜ਼ਾਇਨ ਜਿਲਦ 10 ਪੰਨਾ 112। ਇਸੇ ਪ੍ਰਕਾਰ ਹਜ਼ੂਰ ਦੂਜੇ ਧਾਰਮਿਕ ਬਜ਼ੁਰਗਾਂ ਹਜ਼ਰਤ ਬੁੱਧ ਜੀ ਮਹਾਰਾਜ, ਹਜ਼ਰਤ ਜ਼ਰਤੁਸ਼ਤ ਵਗੈਰਾ ਦਾ ਵਰਣਨ ਵੀ ਬੜੇ ਮਾਣ ਤੇ ਸਤਿਕਾਰ ਨਾਲ ਕਰਦੇ ਹਨ।
ਵੇਖੋ ਆਪ ਜੀ ਦੀ ਪੁਸਤਕ ਮਸੀਹ ਹਿੰਦੁਸਤਾਨ में ਅਤੇ ਮਲਫੂਜ਼ਾਤ ਜਿਲਦ 9 ਪੰਨਾ 455। हुजूर सारे संसार ਦੇ ਪੈਗੰਬਰਾਂ ਰਿਸ਼ੀਆਂ ਮੁਨੀਆਂ ਤੇ ਅਵਤਾਰਾਂ ਬਾਰੇ ਫਰਮਾਉਂਦੇ ਹਨ ਕਿ ਹਰ ਰਸੂਲ ਆਫਤਾਬ ਸਿਦਕ ਬੂਦ, ਹਰ ਰਸੂਲ ਬੂਦ ਮਹਰ ਅਨਵਰੇ, ਅਰਥਾਤ ਹਰ ਰਸੂਲ ਤੇ ਅਵਤਾਰ ਹੀ ਸੱਚਾਈ ਦਾ ਸੋਮਾ ਅਤੇ ਹਰ ਪੈਗੰਬਰ ਨੂਰਾਂ ਦਾ ਭੰਡਾਰਾ ਹੈ। ਮੇਰੇ ਸੱਜਣੋ, ਸੰਸਾਰ ਵਿੱਚ ਅਮਨ ਤੇ ਸ਼ਾਂਤੀ ਨੂੰ ਕਾਇਮ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਸਿੱਖਿਆ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰੀਏ। ਸੋ ਅੱਜ ਸੰਸਾਰ ਨੂੰ ਇਸ ਸਿੱਖਿਆ ਦੀ ਲੋੜ ਹੈ, ਖਾਸ ਕਰਕੇ ਤੀਜੀ ਦੁਨੀਆ ਜਿਹੜੀ ਧਰਮਾਂ ਦੀ ਮੰਡੀ ਖਵਾਉਂਦੀ ਹੈ, ਇਸ ਵਿੱਚ ਤਾਂ ਇਸ ਦੀ ਬਹੁਤ ਲੋੜ ਹੈ। ਇਸ ਅਸੂਲ ਨਾਲ ਕੌਮਾਂ ਵਿੱਚ ਆਪਸੀ ਪਿਆਰ ਤੇ ਮੁਹੱਬਤ ਦਾ ਵਾਤਾਵਰਣ ਪੈਦਾ ਹੋਵੇਗਾ। ਇਹ ਹੋ ਨਹੀਂ ਸਕਦਾ ਕਿ ਅਸੀਂ ਦੂਸਰੇ ਦੇ ਧਾਰਮਿਕ ਆਗੂਆਂ ਦਾ ਸਤਿਕਾਰ ਕਰੀਏ ਤੇ ਦੂਜੇ ਦੇ ਦਿਲ ਵਿੱਚ ਸਾਡੇ ਬਜ਼ੁਰਗਾਂ ਦਾ ਸਤਿਕਾਰ ਪੈਦਾ ਨਾ ਹੋਵੇ। ਗੁਰਬਾਣੀ ਵਿੱਚ ਕਿੰਨਾ ਹੀ ਸੱਚ ਆਇਆ ਹੈ ਕਿ ਤਾਤ ਮਿਲੇ ਫੁਨ ਤਾਤ ਕੋ ਲਿਵ ਲਿਵੈ ਕੋ ਤਾਵੈ। ਤਿਲੰਗ ਮੱਲਾ ਪਹਿਲਾ ਪੰਨਾ 723। ਅਰਥਾਤ ਪਿਆਰ ਦੇ ਬਦਲੇ ਵਿੱਚ ਹੀ ਪਿਆਰ ਮਿਲਦਾ ਹੈ। ਜਦੋਂ ਸਾਰੀਆਂ ਕੌਮਾਂ ਆਪਸ ਵਿੱਚ ਮਿਲ ਜੁਲ ਕੇ ਰਹਿਣਗੀਆਂ ਤਾਂ ਨਾ ਕੇਵਲ ਸਾਡਾ ਦੇਸ਼ ਸਗੋਂ ਸਾਰਾ ਸੰਸਾਰ ਤਰੱਕੀ ਕਰੇਗਾ, ਅਤੇ ਜੇ ਸਾਰੀਆਂ ਕੌਮਾਂ ਆਪਸ ਵਿੱਚ ਲੜਦੀਆਂ ਰਹਿਣਗੀਆਂ ਤਾਂ ਮੁਲਕ ਤਰੱਕੀ ਕਰਨ ਦੀ ਥਾਂ ਠਾਣ ਹੋ ਜਾਵੇਗਾ ਅਤੇ ਸੰਸਾਰ ਦਾ ਅਮਨ ਤੇ ਚੈਨ ਖਤਮ ਹੋ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਦੇ ਧਾਰਮਿਕ ਆਗੂਆਂ ਦਾ ਸਤਿਕਾਰ ਕਰੀਏ। ਗੁਰਬਾਣੀ ਵਿੱਚ ਇਸਲਾਮੀ ਸਿੱਖਿਆ ਅਨੁਸਾਰ ਇਹ ਫਰਮਾਨ ਦਰਜ ਹੈ ਕਿ ਝਗੜਾ ਕਰਦਿਆਂ ਦਿਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰ, ਸੁਧ ਮਤ ਕਰਤੈ ਹਰ ਲਈ, ਬੋਲਨ ਸਭ ਵਿਕਾਰ। ਗੁਰੂ ਗ੍ਰੰਥ ਸਾਹਿਬ ਮੱਲਾ ਤੀਜਾ ਪੰਨਾ 549। ਅਰਥਾਤ ਜਿਨ੍ਹਾਂ ਜਾਤੀਆਂ ਦਾ ਰਾਤ ਦਿਨ ਝਗੜਿਆਂ ਵਿੱਚ ਬੀਤਦਾ ਹੈ ਉਹ ਰੱਬ ਦੀਆਂ ਗੱਲਾਂ ਤੇ ਵਿਚਾਰ ਕਰਕੇ ਆਤਮਿਕ ਤਰੱਕੀ ਨਹੀਂ ਕਰ ਸਕਦੇ। ਅਜਿਹੀ ਕੌਮਾਂ ਦੀ ਮੱਤ ਰੱਬ ਖੋਹ ਲੈਂਦਾ ਹੈ ਅਤੇ ਉਹਨਾਂ ਦਾ ਸਾਰਾ ਪ੍ਰੋਗਰਾਮ ਮਾਰੂ ਤੇ ਟਾਊ ਹੋ ਜਾਂਦਾ ਹੈ ਅਤੇ ਦੇਸ਼ ਵਿੱਚ ਅਸ਼ਾਂਤੀ ਫੈਲਾਉਣਾ ਉਹਨਾਂ ਦਾ ਕੰਮ ਹੁੰਦਾ ਹੈ। ਇਸ ਲਈ ਜੇ ਅਸੀਂ ਇੱਕ ਦੂਜੇ ਦੇ ਧਾਰਮਿਕ ਬਜ਼ੁਰਗਾਂ ਨੂੰ ਬੁਰਾ ਭਲਾ ਆਖਾਂਗੇ ਤੇ ਜਿੱਥੇ ਸਾਡੀ ਦੁਨਿਆਵੀ ਤਰੱਕੀ ਰੁਕੇਗੀ ਉੱਥੇ ਆਤਮਿਕ ਤੇ ਰੂਹਾਨੀ ਤਰੱਕੀ ਵੀ ਹਾਸਲ ਨਹੀਂ ਹੋ ਸਕੇਗੀ। ਇਸ ਲਿਹਾਜ਼ ਨਾਲ ਸਾਡਾ ਦੀਨ ਤੇ ਦੁਨੀਆ ਦੋਵੇਂ ਨਸ਼ਟ ਹੋ ਜਾਣਗੇ। ਬਾਨੀ ਅਹਿਮਦੀਆ ਮੁਸਲਿਮ ਜਮਾਤ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਦਰਦਮੰਦਾਨਾ ਨਸੀਹਤ ਕਰਦੇ ਹੋਏ ਫਰਮਾਉਂਦੇ ਹਨ, ਸੁਣਨ ਵਾਲੀ ਹੈ। ਹਜ਼ੂਰ ਫਰਮਾਉਂਦੇ ਹਨ, ਐ ਪਿਆਰਿਓ, ਪੁਰਾਣੇ ਤਜਰਬੇ ਅਤੇ ਬਾਰ-ਬਾਰ ਦੀ ਆਜ਼ਮਾਇਸ਼ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਵੱਖ-ਵੱਖ ਕੌਮਾਂ ਦੇ ਨਬੀਆਂ ਅਤੇ ਰਸੂਲਾਂ ਨੂੰ ਅਪਮਾਨਜਨਕ ਸ਼ਬਦਾਂ ਨਾਲ ਯਾਦ ਕਰਨਾ ਅਤੇ ਉਹਨਾਂ ਨੂੰ ਗਾਲਾਂ ਕੱਢਣਾ ਇੱਕ ਅਜਿਹਾ ਜ਼ਹਿਰ ਹੈ ਕਿ ਆਖਰਕਾਰ ਨਾ ਕੇਵਲ ਜਿਸਮ ਨੂੰ ਸਗੋਂ ਰੂਹ ਨੂੰ ਵੀ ਹਲਾਕ ਤੇ ਨਸ਼ਟ ਕਰ ਦਿੰਦਾ ਹੈ। ਹਜ਼ੂਰ ਫਰਮਾਉਂਦੇ ਹਨ, ਉਹ ਮੁਲਕ ਆਰਾਮ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਜਿਸ ਦੇ ਰਹਿਣ ਵਾਲੇ ਇੱਕ ਦੂਜੇ ਦੇ ਧਾਰਮਿਕ ਆਗੂਆਂ ਦੇ ਐਬ ਕੱਢਣ ਵਿੱਚ ਲੱਗੇ ਰਹਿਣ, ਤੇ ਉਹਨਾਂ ਕੌਮਾਂ ਵਿੱਚ ਸੱਚਾ ਏਕਾ ਪੈਦਾ ਨਹੀਂ ਹੋ ਸਕਦਾ ਜਿਨ੍ਹਾਂ ਵਿੱਚੋਂ ਇੱਕ ਕੌਮ ਜਾਂ ਦੋਵੇਂ ਇੱਕ ਦੂਜੇ ਦੇ ਨਬੀ ਜਾਂ ਅਵਤਾਰ ਨੂੰ ਬੁਰੀ ਜ਼ਬਾਨ ਨਾਲ ਯਾਦ ਕਰਦੇ ਰਹਿਣ। ਆਪਣੇ ਨਬੀ ਜਾਂ ਆਗੂ ਦਾ ਅਪਮਾਨ ਸੁਣ ਕੇ ਕਿਸ ਨੂੰ ਜੋਸ਼ ਨਹੀਂ ਆਵੇਗਾ। ਪੈਗਾਮ ਸੁਲ੍ਹਾ ਪੰਨਾ 14। ਮੇਰੇ ਸੱਜਣੋ, ਅੱਜ ਵੀ ਸੰਸਾਰ ਵਿੱਚ ਅਮਨ ਸ਼ਾਂਤੀ ਤੇ ਭਾਈਚਾਰੇ ਨੂੰ ਪੈਦਾ ਕਰਨ ਦਾ ਇਹੋ ਇੱਕ ਜ਼ਰੀਆ ਹੈ ਕਿ ਅਸੀਂ ਇਸਲਾਮ ਦੇ ਇਹਨਾਂ ਸੁਨਹਿਰੀ ਅਸੂਲਾਂ ਤੇ ਅਮਲ ਕਰੀਏ ਤਾਂ ਜੋ ਦੁਨੀਆ ਵਿੱਚ ਹਕੀਕੀ ਸ਼ਾਂਤੀ ਪੈਦਾ ਹੋ ਸਕੇ। ਮੇਰੇ ਸਤਿਕਾਰਯੋਗ ਬਜ਼ੁਰਗੋ, ਜਿਵੇਂ ਕਿ ਮੈਂ ਪਹਿਲਾਂ ਬਿਆਨ ਕਰ ਚੁੱਕਿਆ ਹਾਂ ਕਿ ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਨੇ ਅਮਨ ਤੇ ਸ਼ਾਂਤੀ ਪੈਦਾ ਕਰਨ ਲਈ ਇਹ ਨੁਕਤਾ ਪੇਸ਼ ਕੀਤਾ ਕਿ ਮੁਸਲਮਾਨ ਸੰਸਾਰ ਵਿੱਚ ਆਉਣ ਵਾਲੇ ਸਾਰੇ ਪੈਗੰਬਰਾਂ ਅਤੇ ਉਹਨਾਂ ਦੀ ਪਵਿੱਤਰ ਧਾਰਮਿਕ ਪੁਸਤਕਾਂ ਅਤੇ ਧਰਮ ਸਥਾਨਾਂ ਦਾ ਸਤਿਕਾਰ ਕਰਨ। ਇਸੇ ਪ੍ਰਕਾਰ ਦੂਜੇ ਧਰਮ ਵਾਲੇ ਵੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਅਤੇ ਕੁਰਾਨ ਮਜੀਦ ਦੀ ਸ਼ਾਨ ਵਿੱਚ ਗੁਸਤਾਖੀ ਨਾ ਕਰਨ। ਇਹ ਅਸੂਲ ਇੰਨਾ ਪਿਆਰਾ ਅਤੇ ਅਮਨ ਬਖਸ਼ ਹੈ ਕਿ ਜਿਸ ਦੇ ਨਤੀਜੇ ਵਿੱਚ ਅੱਜ ਦੁਨੀਆ ਵਿੱਚ ਹਕੀਕੀ ਅਮਨ ਕਾਇਮ ਹੋ ਸਕਦਾ ਹੈ। ਪਰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਅੱਜ ਸਵਾਏ ਅਹਿਮਦੀਆ ਮੁਸਲਿਮ ਜਮਾਤ ਦੇ ਨਾ ਤਾਂ ਦੂਜੇ ਮੁਸਲਮਾਨ ਇਸ ਅਸੂਲ ਤੇ ਕਾਇਮ ਹਨ ਅਤੇ ਨਾ ਹੀ ਬਾਜ਼ ਨਾ ਸਮਝ ਹੋਰ ਧਰਮਾਂ ਵਾਲੇ। ਮੁਸਲਮਾਨਾਂ ਦਾ ਤਾਂ ਇਹ ਹਾਲ ਹੈ ਕਿ ਜਦ ਬਾਨੀ ਜਮਾਤ ਅਹਿਮਦੀਆ ਨੇ ਹਜ਼ਰਤ ਕ੍ਰਿਸ਼ਨ ਜੀ ਮਹਾਰਾਜ ਤੇ ਰਾਮਚੰਦਰ ਜੀ ਮਹਾਰਾਜ ਅਤੇ ਵੇਦਾਂ ਦੇ ਸੱਚੇ ਹੋਣ ਦਾ ਐਲਾਨ ਕੀਤਾ ਤਾਂ ਚਾਰੇ ਪਾਸਿਓਂ ਕਾਫਰ ਦੀਆਂ ਆਵਾਜ਼ਾਂ ਉੱਠਣ ਲੱਗੀਆਂ। ਪਰ ਜਮਾਤ ਅਹਿਮਦੀਆ ਨੂੰ ਕਿਸੇ ਦੇ ਕਾਫਰ ਕਹਿਣ ਦੀ ਕੋਈ ਪਰਵਾਹ ਨਹੀਂ।
ਅਤੇ ਜਮਾਤ-ਏ ਅਹਿਮਦੀਆ ਡੰਕੇ ਦੀ ਚੋਟ ਇਸ ਗੱਲ ਦਾ ਐਲਾਨ ਕਰਦੀ ਹੈ ਕਿ ਜੇ ਰੱਬ ਦੇ ਪਵਿੱਤਰ ਪੈਗੰਬਰਾਂ ਅਤੇ ਰਿਸ਼ੀਆਂ ਮੁਨੀਆਂ ਤੇ ਉਹਨਾਂ ਦੇ ਪਵਿੱਤਰ ਧਰਮ ਗ੍ਰੰਥਾਂ ਦੇ ਸਤਕਾਰ ਨੂੰ ਕਾਇਮ ਕਰਦਿਆਂ ਜਮਾਤ ਦੇ ਹਰ ਫਰਦ ਨੂੰ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਜਮਾਤ ਅਹਿਮਦੀਆ ਇਸ ਨੇਕ ਕੰਮ ਤੋਂ ਪਛਾਣ ਨਹੀਂ ਹਟੇਗੀ ਔਰ ਨਟੀ ਨਹੀਂ ਹਟੇਗੀ। ਮੇਰੇ ਸੱਜਣੋਂ, ਬਾਨੀ ਜਮਾਤ ਅਹਿਮਦੀਆ ਦੇ ਬਾਅਦ ਆਪ ਜੀ ਦੇ ਉੱਤਰਾਧਿਕਾਰੀਆਂ ਨੇ ਵੀ ਹਿੰਦੂ ਮੁਸਲਮਾਨ ਤੇ ਦੂਜੇ ਧਰਮਾਂ ਦੇ ਲੋਕਾਂ ਵਿੱਚ ਆਪਸੀ ਪਿਆਰ ਤੇ ਮੁਹੱਬਤ ਅਤੇ ਕੌਮੀ ਏਕਤਾ ਲਈ ਇਸਲਾਮ ਦੇ ਸੁਨਹਿਰੀ ਅਸੂਲਾਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਅਤੇ ਬੜੇ ਦਰਦ ਭਰੇ ਦਿਲ ਨਾਲ ਲੋਕਾਂ ਨੂੰ ਇਸ ਸਿੱਖਿਆ ਤੇ ਕਾਇਮ ਰਹਿਣ ਦੀ ਵੀ ਪ੍ਰੇਰਨਾ ਦਿੰਦੇ ਰਹੇ। ਵੇਲੇ ਕਵੇਲੇ ਇਸ ਲਈ ਕੋਸ਼ਿਸ਼ਾਂ ਵੀ ਕਰਦੇ ਰਹੇ। ਸੋ ਜਮਾਤ ਅਹਿਮਦੀਆ ਦੇ ਦੂਜੇ ਇਮਾਮ ਹਜ਼ਰਤ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਅਹਿਮਦ ਸਾਹਿਬ ਜੀ ਨੇ ਸਨ 1927 ਵਿੱਚ ਗੌਰਮੈਂਟ ਨੂੰ ਧਾਰਮਿਕ ਆਗੂਆਂ ਦੇ ਸਤਿਕਾਰ ਲਈ ਖਾਸ ਕਾਨੂੰਨ ਪਾਸ ਕਰਨ ਵੱਲ ਤਵੱਜੋ ਦਿਵਾਈ। ਸੋ ਆਪ ਜੀ ਦੀ ਕੋਸ਼ਿਸ਼ ਦੇ ਨਤੀਜੇ ਵਿੱਚ ਹੁਕੂਮਤ ਹਿੰਦ ਨੇ ਆਪਣੇ ਸੰਵਿਧਾਨ ਦੇ ਅਧਿਆਇ 15 ਅਤੇ ਆਰਟੀਕਲ 153A ਵਿੱਚ ਤਬਦੀਲੀ ਕੀਤੀ ਅਤੇ ਧਾਰਮਿਕ ਆਗੂਆਂ ਦੇ ਸਤਿਕਾਰ ਦਾ ਕਾਨੂੰਨ ਪਾਸ ਕੀਤਾ। ਵੇਖੋ ਦੈਨਿਕ ਅਲ-ਫਜ਼ਲ 30 ਅਗਸਤ 1927। ਦੂਸਰੇ ਇਮਾਮ ਸਾਹਿਬ ਜਮਾਤ ਅਹਿਮਦੀਆ ਨੇ ਅਮਨ ਤੇ ਸ਼ਾਂਤੀ ਨੂੰ ਕਾਇਮ ਕਰਨ ਲਈ ਇਹ ਕੋਸ਼ਿਸ਼ ਵੀ ਕੀਤੀ ਕਿ ਆਪ ਜੀ ਆਪਣੀ ਜਮਾਤ ਨੂੰ 1928 ਵਿੱਚ ਹੁਕਮ ਦਿੱਤਾ ਕਿ ਧਾਰਮਿਕ ਆਗੂਆਂ ਦੇ ਸਤਿਕਾਰ ਨੂੰ ਕਾਇਮ ਕਰਨ ਲਈ ਹਰ ਸਾਲ ਸਰਵ ਧਰਮ ਸੰਮੇਲਨ ਅਤੇ ਸਾਂਝੇ ਜਲਸੇ ਕੀਤੇ ਜਾਣ, ਜਿਸ ਵਿੱਚ ਹਿੰਦੂ ਮੁਸਲਿਮ ਅਤੇ ਦੂਜੇ ਧਰਮਾਂ ਦੇ ਲੋਕ ਇੱਕੋ ਸਟੇਜ ਤੋਂ ਧਾਰਮਿਕ ਆਗੂਆਂ ਦੀ ਮਹਿਮਾ ਤੇ ਸ਼ਾਨ ਵਿੱਚ ਭਾਸ਼ਣ ਕਰਨ। ਸੋ ਜਮਾਤ ਅਹਿਮਦੀਆ ਆਪਣੇ ਇਮਾਮ ਦੇ ਹੁਕਮ ਤੇ ਅਮਲ ਕਰਦੇ ਹੋਏ 85 ਸਾਲ ਤੋਂ ਨਾ ਕੇਵਲ ਭਾਰਤ ਵਿੱਚ ਸਗੋਂ ਸਾਰੇ ਸੰਸਾਰ ਵਿੱਚ ਧਾਰਮਿਕ ਆਗੂਆਂ ਦੇ ਮਾਣ ਤੇ ਸਤਿਕਾਰ ਅਤੇ ਲੋਕਾਂ ਦੇ ਦਿਲਾਂ ਵਿੱਚ ਇਹਨਾਂ ਦੀ ਮੁਹੱਬਤ ਨੂੰ ਕਾਇਮ ਕਰਨ ਲਈ ਕੋਸ਼ਿਸ਼ ਕਰ ਰਹੀ ਹੈ। ਦੁਨੀਆ ਵਿੱਚ ਹਕੀਕੀ ਅਮਨ ਤੇ ਸ਼ਾਂਤੀ ਅਤੇ ਭਾਈਚਾਰੇ ਦਾ ਵਾਤਾਵਰਣ ਪੈਦਾ ਹੋ ਜਾਵੇ। ਅਤੇ ਮੇਰੇ ਮਾਣਯੋਗ ਸੱਜਣੋਂ, ਅੱਜ ਦਾ ਇਹ ਜਲਸਾ ਵੀ ਇਸੇ ਸਿਲਸਿਲੇ ਦੀ ਇੱਕ ਕੜੀ ਹੈ। ਅਹਿਮਦੀਆ ਮੁਸਲਿਮ ਜਮਾਤ ਦੇ ਇਸ ਕੰਮ ਦੀ ਹਰ ਧਰਮ ਦੇ ਬੁੱਧੀਜੀਵੀਆਂ ਵੱਲੋਂ ਬੇਹੱਦ ਸਰਾਹਨਾ ਕੀਤੀ ਜਾਂਦੀ ਹੈ। ਸੋ 23 ਮਾਰਚ 1908 ਵਿੱਚ ਲੰਡਨ ਵਿੱਚ ਆਯੋਜਿਤ ਕੀਤੇ ਗਏ ਇੱਕ ਮਹਾਨ ਸੰਮੇਲਨ ਵਿੱਚ, ਜਿਸ ਵਿੱਚ 1000 ਤੋਂ ਵੱਧ ਬੁੱਧੀਜੀਵੀ ਸ਼ਾਮਲ ਹੋਏ ਸਨ, ਵਜ਼ੀਰ ਆਲਾ ਐਂਟੋਰੀਆ ਕੈਨੇਡਾ ਆਪਣੇ ਵਿਚਾਰ ਪ੍ਰਗਟ ਕਰਦਿਆਂ ਫਰਮਾਇਆ, ਮੈਂ ਅਹਿਮਦੀਆਂ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਖਰਾਜੇ ਤਹਸੀਨ ਪੇਸ਼ ਕਰਦਾ ਹਾਂ, ਅਰਥਾਤ ਸਰਾਹੁੰਦਾ ਹਾਂ। ਮੈਂ ਅਹਿਮਦੀਆਂ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਖਰਾਜੇ ਤਹਸੀਨ ਪੇਸ਼ ਕਰਦਾ ਹਾਂ। ਅਹਿਮਦੀਆ ਜਮਾਤ ਜਿਸ ਲਗਨ ਨਾਲ ਇਸ ਪਾਲਿਸੀ ਤੇ ਅਮਲ ਕਰ ਰਹੀ ਹੈ, ਉਹ ਇਸਲਾਮ ਬਾਰੇ ਹਰ ਪ੍ਰਕਾਰ ਦੀ ਗਲਤਫਹਿਮੀ ਨੂੰ ਦੂਰ ਕਰਕੇ ਇਸਲਾਮ ਦੀ ਸਹੀ ਤਸਵੀਰ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੀ ਹੈ। ਇਸੇ ਪ੍ਰਕਾਰ ਸਰਬ ਧਰਮ ਸੰਮੇਲਨਾਂ ਰਾਹੀਂ ਆਪਸੀ ਪਿਆਰ ਤੇ ਮੁਹੱਬਤਾਂ ਨੂੰ ਵਧਾਵਾ ਦੇ ਰਹੀ ਹੈ। 100 ਸਾਲ ਤੋਂ ਜਮਾਤ ਅਹਿਮਦੀਆ ਦੀਆਂ ਸੇਵਾਵਾਂ ਜਿਹੜੀ ਉਹ ਸਾਰੇ ਸੰਸਾਰ ਵਿੱਚ ਅਤੇ ਖਾਸ ਕਰਕੇ ਅਫਰੀਕਾ ਵਿੱਚ ਕਰ ਰਹੀ ਹੈ, ਮੈਂ ਉਸ ਨੂੰ ਵੀ ਖਰਾਜ ਤਹਸੀਨ ਪੇਸ਼ ਕਰਦਾ ਹਾਂ। ਇਸ ਪ੍ਰਕਾਰ ਸਰਬ ਧਰਮ ਸੰਮੇਲਨਾਂ ਦਾ ਕਰਕੇ ਧਰਮਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਦੀ ਵੀ ਆਪ ਵੱਲੋਂ ਬੇਅੰਤ ਸਰਾਹਨਾ ਕੀਤੀ ਗਈ। ਵੇਖੋ ਬਦਰ 13 ਨਵੰਬਰ 2008। ਮਿਸਟਰ ਜਸਵੰਤ ਸਿੰਘ ਨੇ ਮਸ਼ਹੂਰ ਅਖਬਾਰ ਹਿੰਦੁਸਤਾਨ ਟਾਈਮਜ਼ ਕਲਕੱਤਾ ਦੀ 5 ਦਸੰਬਰ ਦੀ ਇਸ਼ਾਅਤ ਵਿੱਚ ਲਿਖਿਆ ਕਿ ਅਹਿਮਦੀਆ ਜਮਾਤ ਦਾ ਅਕੀਦਾ ਹੈ ਕਿ ਉਹ ਸਾਰੇ ਧਰਮ ਜਿਹੜੇ ਰੱਬ ਵੱਲੋਂ ਹੋਣ ਦਾ ਦਾਅਵਾ ਕਰਦੇ ਹਨ ਅਤੇ ਇੱਕ ਲੰਮੇ ਸਮੇਂ ਤੋਂ ਸੰਸਾਰ ਵਿੱਚ ਕਾਇਮ ਹਨ, ਉਹ ਯਕੀਨਨ ਸੱਚੇ ਹਨ ਅਤੇ ਰੱਬ ਵੱਲੋਂ ਹਨ। ਮੇਰੇ
ਮੇਰੇ ਭਰਾਓ, ਅੱਜ ਸੰਸਾਰ ਵਿੱਚ ਜਿਹੜਾ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਪਾਸੇ ਆਤੰਕਵਾਦ ਤੇ ਜ਼ੁਲਮ ਸਿਤਮ ਦਾ ਤੇ ਫਿਤਨਾ ਫਸਾਦ ਦੀ ਅੱਗ ਵਰ ਰਹੀ ਹੈ ਅਤੇ ਸਾਡਾ ਪਿਆਰਾ ਦੇਸ਼ ਭਾਰਤ ਵੀ ਇਸ ਅੱਗ ਵਿੱਚ ਝੁਲਸ ਰਿਹਾ ਹੈ। ਕਿਤੇ ਗੁਜਰਾਤ ਵਿੱਚ ਬੰਬ ਧਮਾਕੇ ਹੋ ਰਹੇ ਹਨ ਤੇ ਕਿਤੇ ਜੈਪੁਰ ਵਿੱਚ, ਕਿਤੇ ਬੰਗਲੌਰ ਵਿੱਚ ਤੇ ਕਿਤੇ ਦਿੱਲੀ ਵਿੱਚ ਤੇ ਕਿਤੇ ਹੈਦਰਾਬਾਦ ਵਿੱਚ ਅਤੇ ਹਾਲ ਹੀ ਵਿੱਚ ਮੁਜ਼ੱਫਰਨਗਰ ਯੂਪੀ ਦੇ ਹਿੰਦੂ ਮੁਸਲਿਮ ਫਸਾਦਾਤ ਨੇ ਸਾਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਅੱਜ ਵੀ ਉੱਥੋਂ ਦੇ ਲੋਕ ਇਹ ਸੰਤਾਪ ਝੇਲ ਰਹੇ ਹਨ ਜਿਸ ਨੂੰ ਰੋਜ਼ ਹੀ ਅਸੀਂ ਟੀਵੀ ਚੈਨਲਾਂ ਤੇ ਦੇਖ ਰਹੇ ਹਾਂ। ਮੇਰੇ ਭਰਾਓ, ਇਹ ਸਾਰੇ ਦੇ ਸਾਰੇ ਦੰਗੇ ਤੇ ਫਸਾਦ ਧਰਮਾਂ ਦੇ ਨਾਂ ਤੇ ਫੈਲਾਏ ਜਾ ਰਹੇ ਹਨ। ਕਿਤੇ ਕਿਸੇ ਜਾਹਿਲ ਵੱਲੋਂ ਕਿਸੇ ਧਾਰਮਿਕ ਆਗੂ ਤੇ ਚਿੱਕੜ ਸੁੱਟਿਆ ਜਾਂਦਾ ਹੈ ਤੇ ਕਦੇ ਕਿਸੇ ਵੱਲੋਂ, ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਪਿਛਲੇ ਦਿਨਾਂ ਕੁਝ ਸ਼ਰਾਰਤੀ ਲੋਕਾਂ ਵੱਲੋਂ ਬਾਨੀ ਇਸਲਾਮ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਅਤੇ ਕੁਰਾਨ ਮਜੀਦ ਬਾਰੇ ਅਪਮਾਨਜਨਕ ਸ਼ਬਦ ਵਰਤੇ ਅਤੇ ਅਜਿਹੇ ਕਾਰਟੂਨ ਬਣਾਏ ਜਿਸ ਨਾਲ ਮੁਸਲਮਾਨਾਂ ਦੇ ਦਿਲਾਂ ਨੂੰ ਸਖਤ ਦੁੱਖ ਪੁੱਜਿਆ ਅਤੇ ਕੌਮਾਂ ਵਿੱਚ ਨਫ਼ਰਤਾਂ ਦਾ ਮਾਹੌਲ ਪੈਦਾ ਹੋ ਗਿਆ। ਅਜਿਹੇ ਨਾਜ਼ੁਕ ਮੌਕੇ ਤੇ ਜਮਾਤ ਅਹਿਮਦੀਆ ਦੇ ਮੌਜੂਦਾ ਇਮਾਮ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਨੇ ਜਿੱਥੇ ਅਜਿਹੇ ਜ਼ਾਲਮਾਂ ਤੇ ਫਿਤਨਾ ਪਰਵਰ ਲੋਕਾਂ ਦਾ ਜਵਾਬ ਦਿੱਤਾ, ਉੱਥੇ ਮੁਸਲਮਾਨਾਂ ਨੂੰ ਤੇ ਖਾਸ ਤੌਰ ਤੇ ਆਪਣੀ ਜਮਾਤ ਨੂੰ ਸਬਰ, ਹੌਸਲੇ ਤੇ ਬਰਦਾਸ਼ਤ ਵੱਲ ਤਵੱਜੋ ਦਵਾਈ ਅਤੇ ਜਮਾਤ ਨੂੰ ਤਵੱਜੋ ਦਵਾਈ ਕਿ ਕਦੇ ਵੀ ਜ਼ੁਲਮ ਦਾ ਬਦਲਾ ਜ਼ੁਲਮ ਨਾਲ ਨਹੀਂ ਲੈਣਾ ਅਤੇ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ, ਸਗੋਂ ਰੱਬ ਕੋਲੋਂ ਦੁਆ ਕਰੋ ਕਿ ਰੱਬ ਅਜਿਹੇ ਜ਼ਾਲਮਾਂ ਨੂੰ ਆਪ ਲਗਾਮ ਲਾਵੇ। ਸੋ ਪਿਛਲੇ ਦਿਨੀ ਅਮਰੀਕਨ ਕਾਂਗਰਸ ਨੇ ਜਮਾਤ ਅਹਿਮਦੀਆ ਦੀ ਸਰਾਹਨਾ ਕਰਦੇ ਹੋਏ ਇਹਨਾਂ ਕੰਮਾਂ ਦੀ ਸਰਾਹਨਾ ਕਰਦੇ ਹੋਏ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਅਤੇ ਕਿਹਾ ਕਿ ਸੰਸਾਰ ਵਿੱਚ ਫਿਰਕਾਵਾਰਾਨਾ ਜ਼ੁਲਮ ਜੋ ਅਹਿਮਦੀਆਂ ਤੇ ਹੋ ਰਹੇ ਹਨ, ਉਸ ਦੇ ਬਾਵਜੂਦ ਜਮਾਤ ਅਹਿਮਦੀਆ ਦੇ ਹੈੱਡ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਨੇ ਆਪਣੇ ਪੈਰੋਕਾਰਾਂ ਨੂੰ ਕਿਸੇ ਵੀ ਪ੍ਰਕਾਰ ਦੇ ਜਵਾਬੀ ਤਸ਼ੱਦਦ ਤੋਂ ਰੋਕਿਆ ਹੋਇਆ ਹੈ। ਹਜ਼ੂਰ ਫਰਮਾਉਂਦੇ ਹਨ, ਜਮਾਤ ਦੇ ਮੌਜੂਦਾ ਇਮਾਮ ਫਰਮਾਉਂਦੇ ਹਨ, ਮੈਂ ਹਰ ਅਹਿਮਦੀ ਨੂੰ ਇਹ ਕਹਿਣਾ ਕਿ ਇਸਲਾਮ ਦੇ ਵਿਰੁੱਧ ਜਿਹੜੇ ਮਹਾਜ਼ ਖੜੇ ਕੀਤੇ ਜਾ ਰਹੇ ਹਨ ਉਹਨਾਂ ਤੋਂ ਅਸੀਂ ਕਾਮਯਾਬੀ ਨਾਲ ਕੇਵਲ ਖੁਦਾ ਦੇ ਹਜ਼ੂਰ ਝੁਕਦੇ ਹੋਏ ਅਤੇ ਉਸ ਦੀ ਮਦਦ ਹਾਸਲ ਕਰਦੇ ਹੋਏ ਗੁਜ਼ਰ ਸਕਦੇ ਹਾਂ। ਸੋ ਰੱਬ ਨੂੰ ਪਹਿਲਾਂ ਤੋਂ ਵੱਧ ਯਾਦ ਕਰੋ ਤਾਂ ਜੋ ਆਪਣੀ ਕੁਦਰਤ ਦੇ ਜਲਵੇ ਵਿਖਾਵੇ। ਅੱਜ ਜੇਕਰ ਇਹ ਲੋਕ ਆਪਣੀ ਹਕੂਮਤ ਤੇ ਤਾਕਤ ਦੇ ਕਮੰਡ ਵਿੱਚ ਇਸਲਾਮ ਅਤੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਤੇ ਹਮਲੇ ਕਰ ਰਹੇ ਹਨ ਤਾਂ ਸਾਡੀਆਂ ਦੁਆਵਾਂ ਦੇ ਤੀਰਾਂ ਨਾਲ ਇਹਨਾਂ ਦੇ ਕਮਾਂਡ ਟੁੱਟਣਗੇ ਇਨਸ਼ਾ ਅੱਲਾਹ। ਹੁਜ਼ੂਰ ਨੇ ਮੁਸਲਮਾਨਾਂ ਨੂੰ ਮੁਖਾਤਬ ਕਰਕੇ ਫਰਮਾਇਆ, ਅਜਿਹੇ ਕੰਮਾਂ ਤੋਂ ਬਾਜ਼ ਆ ਜਾਓ ਜਿਨ੍ਹਾਂ ਨਾਲ ਦੂਜਿਆਂ ਨੂੰ ਕੋ ਇਸਲਾਮ ਤੇ ਉਂਗਲ ਚੁੱਕਣ ਦੀ ਜ਼ਰੂਰਤ ਹੁੰਦੀ ਹੈ। ਖੁਤਬਾ ਜੁਮਾ 15 ਸਤੰਬਰ 2006। ਮੇਰੇ ਬਜ਼ੁਰਗੋ, ਅੱਜ ਅਹਿਮਦੀਆ ਮੁਸਲਿਮ ਜਮਾਤ ਦੇ ਮੌਜੂਦਾ ਰੂਹਾਨੀ ਇਮਾਮ ਸਾਰੇ ਸੰਸਾਰ ਵਿੱਚ ਅਮਨ ਤੇ ਸ਼ਾਂਤੀ ਤੇ ਸੰਸਾਰ ਵਿੱਚ ਪ੍ਰਗਟ ਹੋਣ ਵਾਲੇ ਧਾਰਮਿਕ ਆਗੂਆਂ ਦੇ ਮਾਣ ਸਤਿਕਾਰ ਨੂੰ ਲੋਕਾਂ ਦੇ ਦਿਲਾਂ ਵਿੱਚ ਕਾਇਮ ਕਰਨ ਲਈ ਦਿਨ ਰਾਤ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਇਸ ਸਿਲਸਿਲੇ ਆਪ ਜੀ ਨੇ ਅਜੇ ਪਿਛਲੇ ਕੁਝ ਸਮੇਂ ਤੋਂ ਦੁਨੀਆ ਦੇ ਵੱਡੇ ਮੁਲਕਾਂ ਦੇ ਪਾਰਲੀਮੈਂਟ ਹਾਊਸਾਂ ਵਿੱਚ ਜਾ ਕੇ ਉਹਨਾਂ ਮੁਲਕਾਂ ਦੇ ਸਰਬਰਾਹਾਂ, ਮਿਨਿਸਟਰਾਂ, MP ਸਾਹਿਬਾਨ ਅਤੇ ਵੱਡੇ ਬੁੱਧੀਜੀਵੀਆਂ ਨੂੰ ਅਮਨ ਕਾਇਮ ਕਰਨ ਵੱਲ ਤਵੱਜੋ ਦਿਵਾਈ, ਜਿਨ੍ਹਾਂ ਵਿੱਚ ਖਾਸ ਤੌਰ ਤੇ ਬ੍ਰਿਟਿਸ਼ ਪਾਰਲੀਮੈਂਟ UK, ਯੂਰਪੀਅਨ ਪਾਰਲੀਮੈਂਟ ਬ੍ਰਸਲਸ, ਕੈਨੇਡਾ ਦੀ ਪਾਰਲੀਮੈਂਟ, ਮਿਲਟਰੀ ਹੈੱਡਕੁਆਰਟਰ ਜਰਮਨੀ, ਕੈਪੀਟਲ ਹਿਲ ਵਾਸ਼ਿੰਗਟਨ USA ਖਾਸ ਤੌਰ ਤੇ ਵਰਣਨਯੋਗ ਹਨ। ਹਜ਼ੂਰ ਦੇ ਅਮਰੀਕਾ ਪੁੱਜਣ ਤੇ ਅਮਰੀਕੀ ਕਾਂਗਰਸ ਨੇ ਹਜ਼ੂਰ ਦੇ ਇਜ਼ਾਜ਼ ਵਿੱਚ ਇੱਕ ਰੈਜ਼ੋਲੂਸ਼ਨ ਨੰਬਰ 709 ਪਾਸ ਕੀਤਾ। ਮੈਂ ਇਸ ਮੌਕੇ ਤੇ ਇਸ ਰੈਜ਼ੋਲੂਸ਼ਨ ਦੇ ਕੁਝ ਹਿੱਸੇ ਆਪ ਜੀ ਦੇ ਸਾਹਮਣੇ ਪੇਸ਼ ਕਰਦਾ ਹਾਂ ਤਾਂ ਜੋ ਅੰਦਾਜ਼ਾ ਹੋ ਸਕੇ ਕਿ ਜਮਾਤ ਵੱਲੋਂ ਅਮਨ ਤੇ ਸ਼ਾਂਤੀ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਸਾਰ ਭਰ ਦੇ ਵੱਡੇ ਮੁਲਕਾਂ ਦੇ ਬੁੱਧੀਜੀਵੀ ਇਸ ਦੀ ਕਿਸ ਕਦਰ ਸਰਾਹਨਾ ਕਰ ਰਹੇ ਹਨ। ਰੈਜ਼ੋਲੂਸ਼ਨ ਵਿੱਚ ਇੱਕ ਆਈਟਮ ਇਹ ਹੈ ਕਿ ਵਿਸ਼ਵ ਵਿਆਪੀ ਜਮਾਤ ਅਹਿਮਦੀਆ ਦੇ ਰੂਹਾਨੀ ਸਰਬਰਾਹ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਨੂੰ ਅਸੀਂ ਵਾਸ਼ਿੰਗਟਨ DC ਵਿੱਚ ਪੁੱਜਣ ਤੇ ਖੁਸ਼ ਆਮਦੀਦ ਕਹਿੰਦੇ ਹਾਂ। ਆਪ ਜੀ ਦੀ ਸੰਸਾਰ ਵਿੱਚ ਅਮਨ ਨੂੰ ਕਾਇਮ ਕਰਨ ਬਾਰੇ ਅਤੇ ਅਦਲੋ ਇਨਸਾਫ ਤੇ ਇਨਸਾਨੀ ਹਕੂਕ ਦੇ ਕਿਆਮ ਤੇ ਜਮਹੂਰੀਅਤ ਅਤੇ ਮਜ਼ਹਬੀ ਆਜ਼ਾਦੀ ਲਈ ਕੋਸ਼ਿਸ਼ਾਂ ਨੂੰ ਤਸਲੀਮ ਕਰਦੇ ਹਾਂ। ਇਹ ਕਰਾਰਦਾਦ ਇਸ ਗੱਲ ਨੂੰ ਵੀ ਤਸਲੀਮ ਕਰਦੀ ਹੈ ਕਿ ਸਤਿਕਾਰਯੋਗ ਯਾਨੀ ਇਮਾਮ ਸਾਹਿਬ ਜਮਾਤ
कि सत्कारयोग जो संसार के ਵੱਖ-ਵੱਖ मुल्कों के दौरे से ਵੱਖ-ਵੱਖ मुल्कों के सदर साहबान, वजीर आजमा, मुल्कों के सफीरां ਅਤੇ ਦੂਜੀਆਂ ਪਾਰਲੀਮਾਨੀ ਸ਼ਖਸੀਅਤਾਂ ਨੂੰ ਮਿਲਦੇ ਹਨ ਤਾਂ ਉਹਨਾਂ ਵਿੱਚ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਨੂੰ ਉਜਾਗਰ ਕਰਦੇ ਹਨ। ਸੋ ਕਾਂਗਰਸ ਇਹ ਕਰਾਰਦਾਦ ਪਾਸ ਕਰਦੀ ਹੈ ਕਿ ਉਹ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਦਾ ਵਾਸ਼ਿੰਗਟਨ ਡੀਸੀ ਵਿੱਚ ਇਸਤਕਬਾਲ ਕਰਦੀ ਹੈ। ਆਪ ਜੀ ਦਾ ਅਮਨ, ਕਿਆਮੇ ਅਮਨ ਅਤੇ ਕਿਆਮੇ ਇਨਸਾਫ ਦੀਆਂ ਕੋਸ਼ਿਸ਼ਾਂ ਨੂੰ ਮੰਨਦੀ ਹੈ ਅਤੇ ਇਸ ਗੱਲ ਨੂੰ ਵੀ ਮੰਨਦੀ ਹੈ कि आप जी अपनी जमात ਨੂੰ बावजूद ਇਹਨਾਂ ਤੇ सख्त अत्याचार ਤੇ ਜ਼ੁਲਮ ਹੋਣ ਦੇ ਉਹਨਾਂ ਨੂੰ ਸਬਰ ਕਰਨ ਅਤੇ ਅਮਨ ਨਾਲ ਰਹਿਣ ਦੀ ਤਲਕੀਨ ਕਰਦੇ ਰਹਿੰਦੇ ਹਨ। ਮੇਰੇ ਸੱਜਣੋ, ਯੂਰਪੀਅਨ ਪਾਰਲੀਮੈਂਟ ਦੇ ਇੱਕ ਮੈਂਬਰ ਪਾਰਲੀਮੈਂਟ ਡਾਕਟਰ ਚੈਰਿਸ ਟੈਮੋਕ ਨੇ ਹਜ਼ੂਰ ਦੇ ਭਾਸ਼ਣ ਦੇ ਬਾਅਦ ਵਿਚਾਰ ਰੱਖਦਿਆਂ ਫਰਮਾਇਆ ਕਿ ਅੱਜ ਕੱਲ੍ਹ ਜਮਾਤ ਅਹਿਮਦੀਆ ਫਰਮਾਉਂਦੇ ਹਨ, ਅੱਜ ਕੱਲ੍ਹ ਜਮਾਤ ਅਹਿਮਦੀਆ संसार ਲਈ ਅਮਨ ਤੇ ਬਰਦਾਸ਼ਤ ਦੀ ਇੱਕ ਅਮਲੀ ਮਿਸਾਲ ਬਣੀ ਹੋਈ ਹੈ, ਜਦ ਕਿ ਦੂਜੇ ਪਾਸੇ ਧਾਰਮਿਕ ਇੰਤਹਾ ਪਸੰਦੀ ਅਤੇ ਸ਼ਿੱਦਤ ਪਸੰਦੀ ਅਮਨ ਅਤੇ ਇਨਸਾਨੀ ਹਕੂਕ ਦੋਵਾਂ ਲਈ ਖਤਰਾ ਬਣ ਚੁੱਕੀ ਹੈ। ਇਹ ਇੰਤਹਾ ਪਸੰਦੀ ਫਿਰ ਵਿਸ਼ਵ ਵਿਆਪੀ ਪੱਧਰ ਤੇ ਹੋਣ ਵਾਲੀ ਦਹਿਸ਼ਤਗਰਦੀ ਨਾਲ ਜੁੜ ਜਾਂਦੀ ਹੈ। ਹੁਣ ਮੈਂ ਅਖੀਰ ਵਿੱਚ ਅਹਿਮਦੀਆ ਮੁਸਲਿਮ ਜਮਾਤ ਦੇ ਮੌਜੂਦਾ ਇਮਾਮ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਦਾ ਧਾਰਮਿਕ ਆਗੂਆਂ ਦੇ ਸਤਕਾਰ ਬਾਰੇ एक हवाला पेश करके अपनी तकरीर ਨੂੰ खत्म करदा ਹਾਂ। हुजूर फरमाउंदे ਹਨ, एक मुसलमान किसी भी अवतार का अपमान नहीं कर सकता, एक मुसलमान किसी भी नबी या अवतार का अपमान नहीं कर सकता, क्योंकि सारे अवतारां ते ईमान लियाउंदा है। खास करके एक अहमदी मुसलमान आम मुसलमानां नालों वध पक्का ईमान सारे नबियां ते अवतारां ते रखता है। जमात अहमदिया की 100 साला तारीख इस गल की गवाह है कि असी अमन के अलंबरदार हाँ अते अमन नूं कायम करने वाले हाँ। इस प्रकार हजूर ने फरमाया, जेड़ा भी धर्म ईसाई, हिंदू, यहूदी, बुद्ध अमन अते सलामती बारे काम करता है, असी उस दे नाल हाँ। अल फजल इंटरनेशनल 7 नवंबर 2008 सफ़ा 11। सो मेरे भराओ, आओ कि अज असी इस स्टेज तो इस गल का अहद करिए कि असी सारे रल के संसार में आने वाले सारे ऋषियां, मुनियां, अवतारां ते पैगंबरां दा मान ते सत्कार कायम करांगे तां जो संसार में हकीकी अमन ते शांति कायम हो जाए। परमात्मा करे कि जय होए। बहुत मेहरबानी, धन्यवाद।